कि जो कांड 2015-14 अक्तूबर ਨੂੰ ਹੋਇਆ ਸੀ ਉਹੀ ਦੁਬਾਰਾ ਰਿਪੀਟ ਹੈ ਜਿਹੜਾ ਹਾਈ ਕੋਰਟ ਦੇ ਥਰੂ ਆ ਜੱਜਮੈਂਟ ਨੇ ਕਰ ਦਿੱਤਾ। ਸੋ ਕਿਤੇ ਨਾ ਕਿਤੇ ਜਿਹੜੀ ਜਾਂਚ ਬਿਲਕੁਲ ਸਹੀ ਦਿਸ਼ਾ ਵੱਲ ਜਾਂਦੀ ਸੀ ਤਾਂ ਇਹਨਾਂ ਨੇ ਉਹ ਤੋਂ ਪਰਦੇ ਪਾਉਣ ਲਈ ਸਾਰਾ ਕੁਝ ਉਹਨੂੰ ਮਲੀਆਮੇਟ ਕਰਨ ਦੇ ਲਈ ਜਿਹੜੇ ਆ ਹਾਈ ਕੋਰਟ ਤੇ ਉਦੋਂ ਦੇ ਫੈਸਲੇ ਲਿਆਂਦੇ ਆ। ਤੇ ਅੱਜ ਉਹ ਜਾਂਚ ਖਾਰਜ ਹੋਣ ਤੇ ਦੋਸ਼ੀਆਂ ਨਾਲੋਂ ਵੱਧ ਸਮੇਤ ਸੈਣੀ ਨਾਲੋਂ ਵੱਧ ਉਮਰਾਂ ਨੰਗਲ ਨਾਲੋਂ ਵੱਧ ਉਸ ਪੋਲੀਟੀਕਲੀ ਧਿਰ ਦੇ ਬਿਆਨ ਆ ਰਹੇ ਆ ਵੀ ਉਹ ਇਸ ਗੱਲ ਦੀ ਖੁਸ਼ੀ ਪ੍ਰਗਟਾ ਰਹੇ ਆ ਵੀ ਅਸੀਂ ਬਚ ਗਏ ਹਾਂ। ਵੀ ਇੱਕ ਪੋਲੀਟੀਕਲੀ ਆ ਜਾਂ ਇਹਨਾਂ ਨੇ ਆਪਣੀ ਮਨਘੜਤ ਕਹਾਣੀ ਬਣਾ ਕੇ ਉਹਨੂੰ ਪੇਸ਼ ਕਰਕੇ ਜਿਹੜਾ ਸਾਹਮਣੇ ਲਿਆਤਾ। ਤੇ ਇਹ ਹੋ ਸਕਦਾ 3 ਮਹੀਨਿਆਂ ਨੂੰ 4 ਨੂੰ ਜਿਹੜੀ ਇਹ ਰਿਪੋਰਟ ਦੇਣੀ ਇਹਨੂੰ ਵੀ ਇਸੇ ਤਰ੍ਹਾਂ ਕਹਿ ਕੇ ਖਾਰਜ ਕਰ ਦੇਣ, ਫਿਰ ਲੋਕ ਕੀ ਕਰਨਗੇ। ਜਿੰਨੀ ਬਾਦਲ ਸਰਕਾਰ ਨੇ ਉਸ ਟਾਈਮ ਕੀਤਾ ਉਦੋਂ ਜ਼ਿਆਦਾ ਭਾਈਵਾਲਤਾ ਅੱਜ ਕੈਪਟਨ 'ਚ ਉਹਨਾਂ ਦੀ ਨਿਭਾ ਰਿਹਾ ਉਹਨਾਂ ਨੂੰ ਬਚਾਉਣ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਵਿਸ਼ਵ ਭਰ ਦੇ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਇਨਸਾਫ ਪਸੰਦ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਜਿਸ ਚੀਜ਼ ਦੀ ਸਭ ਤੋਂ ਵੱਡੀ ਚਰਚਾ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਹੋਈ ਬੇਅਦਬੀ ਦੀਆਂ ਘਟਨਾਵਾਂ, ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ, ਉਹਦੇ ਉੱਤੇ ਲਗਾਤਾਰ ਇਨਸਾਫ ਜਿਹੜਾ ਉਹ ਦੂਰ ਹੁੰਦਾ ਤੁਰਿਆ ਜਾ ਰਿਹਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪਿਛਲੇ ਦਿਨੀ ਜਦੋਂ ਫੈਸਲਾ ਆਇਆ ਕਿ ਇਹ SIT ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਵਾਸਤੇ ਬਣੀ ਸੀ, ਕਿਉਂਕਿ ਇਹ ਦੋ ਵੱਖਰੀਆਂ ਚੀਜ਼ਾਂ ਨੇ, ਇਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਲੈਣਾ ਉਹ ਬਹੁਤ ਜ਼ਰੂਰੀ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT ਸੀ, ਜਿਹਦੇ ਵਿੱਚ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਸੀ, ਪੰਜਾਬ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਉਹਦਾ ਮੁਖੀ ਬਦਲਣ ਦੇ ਵਾਸਤੇ ਆਖਿਆ। ਉਹਦਾ ਮੁਖੀ ਬਦਲ ਦਿੱਤਾ ਗਿਆ। ਉਹਨਾਂ ਦੀ ਮੁੜ ਕੇ ਕੋਈ ਮੀਟਿੰਗ ਨਹੀਂ ਹੋਈ ਅਜੇ ਤੱਕ, ਮਹੀਨੇ ਜਿਹੜੇ ਉਹ ਬੀਤ ਜਾਣ ਤੋਂ ਬਾਅਦ। ਉਹ ਇੱਕ ਇਸ਼ਾਰਾ ਸੀ ਸਰਕਾਰ ਦੇ ਵਾਸਤੇ ਕਿ ਇਹ ਜਾਂਚ ਕਿੱਧਰ ਨੂੰ ਜਾ ਸਕਦੀ ਹੈ। ਸਰਕਾਰ ਨੇ ਉਹਦੇ ਵਾਸਤੇ ਕੁਝ ਵੀ ਨਾ ਕੀਤਾ ਤੇ ਪਿਛਲੇ ਦਿਨੀ SIT ਜਿਹੜੀ ਘਟਨਾਵਾਂ ਤੋਂ ਬਾਅਦ ਜਿਹੜੀਆਂ ਵਾਪਰੀਆਂ ਘਟਨਾਵਾਂ ਸੀ, ਬੇਅਦਬੀ ਘਟਨਾਵਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਵਾਸਤੇ ਬਣੀ ਸੀ, ਜਿਹਦੇ ਵਿੱਚ ਐਕਟਿਵਲੀ ਰੋਲ ਜਿਹੜਾ ਸੀਗਾ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਸੀਗਾ। ਉਹਦੇ ਸਾਰੇ ਚਲਾਨ ਰੱਦ ਕਰ ਦਿੱਤੇ ਗਏ, ਉਹਦੀ ਸਾਰੀ ਰਿਪੋਰਟ ਜਿਹੜੀ ਉਹ ਰੱਦ ਕਰ ਦਿੱਤੀ ਗਈ। ਤੁਸੀਂ ਇਹ ਕਹਿ ਲਓ ਕਿ ਮੂੰਹ ਦੇ ਵਿੱਚ ਉਂਗਲਾਂ ਪੈ ਗਈਆਂ ਬਹੁਤੇ ਜਗ੍ਹਾ ਦੇ ਉੱਤੇ ਲੋਕਾਂ ਦੇ ਕਿ ਇਹ ਬਣਿਆ ਕੀ। ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਊਗੀ, ਕਿਉਂਕਿ ਆਮ ਜਿਹੜਾ ਵਿਅਕਤੀ ਆ ਇਨਸਾਫ ਪਸੰਦ ਜਿਹੜਾ, ਜਦੋਂ ਉਹ ਭੁਚੱਕਾ ਰਹਿ ਗਿਆ ਕਿ ਇਹ ਕੀ ਹੋ ਗਿਆ ਤਾਂ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੋਊਗੀ ਜਿਨ੍ਹਾਂ ਨੇ ਆਪਣੇ ਜੀ ਇਹਦੇ ਵਿੱਚ ਗਵਾਏ। ਇਹਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਇੱਕ ਸ਼ਹੀਦ ਹੋਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਬੇਟੇ ਸਾਡੇ ਨਾਲ ਨੇ। ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਅਸੀਂ ਕਰਾਂਗੇ ਕੁਝ ਮਿੰਟ ਦੇ ਵਾਸਤੇ ਇਸ ਸਭ ਕਾਸੇ ਦੇ ਵਾਸਤੇ, ਔਰ ਕੀ ਉਹ ਸੋਚਦੇ ਨੇ, ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਕੜੀ ਨੇ ਜਿਹੜੇ ਕਿ ਇਸ ਸਭ ਕਾਸੇ ਦੇ ਵਿੱਚ, ਚਾਹੇ ਉਹ ਅਦਾਲਤਾਂ ਦੇ ਵਿੱਚ ਰਿਹਾ, ਚਾਹੇ ਉਹ ਇਹਦੀ ਜਾਂਚ ਹੁੰਦੀ ਰਹੀ ਹੈ, ਉਹਦੇ ਵਿੱਚ ਮਿੰਟ ਬਾਏ ਮਿੰਟ ਜਿਹੜਾ ਉਹ ਨਾਲ ਇਹਦੇ ਵਿੱਚ ਰਹੇ ਨੇ। ਧੰਨਵਾਦ ਪਹਿਲਾਂ ਤੁਹਾਡਾ ਗੱਲਬਾਤ ਕਰਨ ਦਾ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਔਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਦੋਂ ਹੁਣ ਇਹ ਫੈਸਲਾ ਆਇਆ ਜੀ, ਉਸ ਤੋਂ ਬਾਅਦ ਕੀ ਬੀਤ ਰਹੀ ਆ ਉਹਨਾਂ ਪਰਿਵਾਰਾਂ ਦੇ ਉੱਤੇ, ਕਿਉਂਕਿ ਤੁਹਾਡੇ ਤੋਂ ਵੱਧ ਹੋਰ ਕੋਈ ਨਹੀਂ ਇਹਨੂੰ ਬੈਟਰ ਦੱਸ ਸਕਦਾ ਜੀ। ਦੇਖੋ, ਜੋ ਇਹ ਫੈਸਲੇ ਆਏ ਆ ਅਸਲ 'ਚ ਅੱਜ ਦੀ ਜੱਜਮੈਂਟ ਲਾ ਲਓ। ਪਹਿਲੀ ਗੱਲ ਤਾਂ ਆਪਾਂ ਫੈਸਲੇ ਦੀ ਗੱਲ ਕਰੀਏ ਵੀ ਹਾਈ ਕੋਰਟ ਦਾ ਪਹਿਲਾ ਫੈਸਲਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਜ਼ਬਾਨੀ ਫੈਸਲਾ ਜਿਹੜਾ ਤਕਰੀਬਨ 12 ਦਿਨ ਘੁੰਮਦਾ, 13ਵੇਂ ਦਿਨ ਜਾ ਕੇ ਜੱਜਮੈਂਟ ਆਉਂਦੀ ਹੈ। ਅਤੇ ਜੱਜਮੈਂਟ ਵੀ ਇਸ ਬੇਸ 'ਤੇ ਆਉਂਦੀ ਹੈ ਕਿ ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਆਫੀਸਰ ਹੈ ਉਹਨੂੰ ਇੱਕ ਪੋਲੀਟੀਕਲੀ ਐਲਾਨ ਦਿੱਤਾ ਜਾਂਦਾ। ਉਹਦੀ ਮਨ ਦੀ ਸੋਚ ਜਿਹੜੀ ਉਹ ਕਹਿੰਦੇ ਵੀ ਉਹਦੀ ਸੋਚ ਬਾਹਰ ਲਿਆਤੀ ਉਹਨੇ ਜੱਜਮੈਂਟ ਬਣਾ, ਮਤਲਬ ਇਨਵੈਸਟੀਗੇਸ਼ਨ ਉਹ ਕੀਤੀ ਆ ਵੀ ਜਿਹੜੀ ਉਹਦੀ ਸੋਚ ਸੀ ਇੱਕ ਤਰਫੀ ਸੀ ਜਾਂ ਉਹਨਾਂ ਨੂੰ ਫਸਾਉਣ ਦੀ ਸੀ। ਸੋ ਇਹ ਹਾਈ ਕੋਰਟ ਦੇ ਫੈਸਲੇ ਆ, ਜਨਰਲ ਐਡਵੋਕੇਟਾਂ ਦੀ ਨਲਾਇਕੀ ਆ, ਜੱਜਾਂ ਦੀ ਨਲਾਇਕੀ ਆ, ਜਿਹਦੇ ਨਾਲ ਇਹ ਫੈਸਲੇ ਆਏ ਅਤੇ ਬਹੁਤ ਹੀ ਨਿਰਾਸ਼ਾਜਨਕ ਆਏ ਆ। ਇਹਦੇ 'ਚ ਕਹਿਣ 'ਚ ਕੋਈ ਅਤਕਥਨੀ ਨਹੀਂ ਹੋਊਗੀ ਕਿ ਜੋ ਕਾਂਡ 2015-14 ਅਕਤੂਬਰ ਨੂੰ ਹੋਇਆ ਸੀ ਉਹੀ ਦੁਬਾਰਾ ਰਿਪੀਟ ਹੈ ਜਿਹੜਾ ਹਾਈ ਕੋਰਟ ਦੇ ਥਰੂ ਆ ਜੱਜਮੈਂਟ ਨੇ ਕਰ ਦਿੱਤਾ। ਲੋਕਾਂ ਦੇ ਮਨਾਂ ਦੇ ਵਿੱਚ ਉਹੀ ਜ਼ਖਮ ਉਸੇ ਤਰ੍ਹਾਂ ਹੀ ਫਿਰ ਹਰੇ ਕਰ ਦਿੱਤੇ ਆ ਕਿ ਇੱਕ ਲੋਕਾਂ ਨੂੰ ਆਸ ਵੱਜੀ ਸੀ IG ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਇਨਵੈਸਟੀਗੇਸ਼ਨ 'ਤੇ, ਕਿਉਂਕਿ ਵੱਜਣੀ ਵੀ ਸੰਭਾਵਕ ਸੀਗੀ। ਉਸ ਟਾਈਮ ਦੇ ਦੋਸ਼ੀ ਲਾ ਲਓ ਜਾਂ ਪੰਜਾਬ ਦੇ ਵਿੱਚ ਜਿੰਨਾ ਵੀ ਦਿਖਾਂਤ ਹੋਇਆ ਸਿੱਖਾਂ ਦਾ, ਉਹ ਚਾਹੇ ਸਮੇਤ ਸੈਣੀ ਸੀ, ਉਮਰਾਂ ਨੰਗਲ ਵਰਗੇ ਆ, ਉਹ ਕਰਪਟ ਆਫੀਸਰ ਸੀ, ਉਹ ਸਾਰੇ ਉਸ ਟਾਈਮ ਇੱਕ ਜੁੰਡਲੀ ਉਹਨਾਂ ਦੀ ਕੋਟਕਪੂਰੇ ਦੇ ਵਿੱਚ ਵੀ ਇਕੱਠੀ ਹੋਈ ਆ। ਉਹਦਾ ਜਿਹੜਾ ਵਾਹਿਗੁਰੂ ਨੇ ਖੁਦ ਮਤਲਬ ਇੱਕ ਸ਼ਹੀਦੀ ਦੀ ਦਾਤ ਸਾਡੇ ਘਰੇ ਬਖਸ਼ੀ ਆ, ਚਲੋ ਬਾਪੂ ਦਾ ਜਾਣਾ ਸੀ, ਉਹ ਕਰਪਟ ਆਫਿਸਰਾਂ ਦੇ ਉੱਤੇ ਸੂਈ ਜਾਣੀ ਸੀ।
ਉਹ ਉਸੇ ਹੀ ਕਾਂਡ ਦੇ ਵਿੱਚ ਸਾਰੇ ਇਨਵੋਲਵ ਆ ਤੇ ਸਾਰਿਆਂ ਦਾ ਜਿਹੜਾ ਜੱਗ ਜ਼ਾਹਰ ਕਰਨਾ ਉਹ ਆਈਜੀ ਕੰਵਰ ਵਿਜੇ ਪ੍ਰਤਾਪ ਹੋਣਾ ਨੇ ਬਹੁਤ ਇਮਾਨਦਾਰੀ ਦੇ ਨਾਲ ਜਿਹੜੀ ਆਪਣੀ ਟੀਮ ਦੇ ਨਾਲ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ, ਜਿਹਦੇ ਵਿੱਚ ਜਾ ਕੇ ਉਹਨਾਂ ਤੋਂ ਪਰਦਾ ਚੱਕਿਆ ਗਿਆ ਤੇ ਸਮੇਂ ਦੇ ਡੀਜੀਪੀ ਤੱਕ ਜਾਂਚ ਜਾਣੀ। ਸੋ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਇਹ ਹੁੰਦੀ ਆ ਵੀ ਵਾਕਈ ਸਹੀ ਦਿਸ਼ਾ ਵਿੱਚ ਜਾਂਚ ਜਾਂਦੀ ਆ ਤੇ ਅੱਜ ਉਹਨੂੰ ਖੁਰਦ-ਬੁਰਦ ਕਰਨਾ ਜਿਹੜਾ ਹਾਈ ਕੋਰਟ ਦੇ ਹਿੱਸੇ ਆਇਆ ਤਾਂ ਉਹ ਦੋਸ਼ੀਆਂ ਨੂੰ ਬਚਾਉਣ ਦੇ ਲਈ ਤੇ ਦੋਸ਼ੀਆਂ ਦੇ ਨਾਲ ਸਮਝੌਤਿਆਂ ਥਰੂ ਜਿਹੜਾ ਉਹਨਾਂ ਨੇ ਕੀਤਾ। ਇਹਦੇ ਵਿੱਚ ਜਿਹੜੀ ਅਦਾਲਤ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਹਾਲਾਂਕਿ ਜਿਹੜੀ ਜਿਨ੍ਹਾਂ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੀ ਆ ਉਹਦੇ ਵਿੱਚ ਫਾਈਂਡਿੰਗਸ ਬਹੁਤ ਸਟਰੋਂਗ ਨੇ ਜੀ, ਬਹੁਤ ਸਟਰੋਂਗ ਫਾਈਂਡਿੰਗਸ ਨੇ। ਜਿਹੜੀ ਇਹ ਰੱਦ ਕਰਦਾ ਜਦੋਂ ਹਾਈ ਕੋਰਟ ਉਹਦੇ ਵਿੱਚ ਇੱਕ ਗੱਲ ਜਿਹੜੀ ਉਹ ਬਾਰ-ਬਾਰ ਉਹ ਇਹ ਕਹਿੰਦਾ ਕਿ ਇਹ ਇੱਕ ਕਹਾਣੀ ਆ ਜਿਹੜੀ ਉਹਨਾਂ ਨੇ ਘੜੀ ਹੈ, ਇਹਦੇ ਵਿੱਚ ਉਹ ਸਬੂਤਾਂ ਦੇ ਉੱਤੇ ਨਹੀਂ ਜਿਹੜਾ ਜੀ ਉਹ ਗਏ। ਤੁਹਾਨੂੰ ਲੱਗਦਾ ਕਿ ਜਿਹੜੇ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਸਬੂਤ ਲੱਭੇ, ਕਿਉਂਕਿ ਜਦੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਹੈ ਉਹ ਇਹ ਕਹਿੰਦਾ ਕਿ ਸਾਡੇ ਕੋਲੇ ਸੀਸੀ ਫੁਟੇਜ ਨਹੀਂ ਆਈ ਕਿਉਂਕਿ ਟਰੱਕ ਵੱਜਿਆ ਖੰਭੇ ਦੇ ਵਿੱਚ ਤੇ ਉਹਨੇ ਉਹ ਤੋੜ ਦਿੱਤੇ ਸੀ ਸੀਸੀਟੀਵੀ ਕੈਮਰੇ, ਜਦੋਂ ਕਿ ਉਹੀ ਬਾਅਦ ਦੇ ਵਿੱਚ ਸੀਸੀਟੀਵੀ ਜਿਹੜੀਆਂ ਫੁਟੇਜ ਲੱਭ ਜਾਂਦੀਆਂ ਨੇ ਉਹ ਜਿਹੜੀਆਂ ਫਾਈਂਡਿੰਗਸ ਨੇ ਇੱਕ ਕਿਸਮ ਦੇ ਨਾਲ ਉਹ ਵੀ ਨਕਾਰ ਦਿੱਤੀਆਂ। ਦੇਖੋ ਜੀ, ਜੋ ਆਪਾਂ ਸੀਸੀਟੀਵੀ ਦੀ ਗੱਲ ਜਸਟਿਸ ਜੋਰਾ ਸਿੰਘ ਦੀ ਗੱਲ ਕਰਦੇ ਆ ਤਾਂ ਉਹ ਤਾਂ ਇੱਕ ਲੋਕਾਂ ਨੂੰ ਇਹਨਾਂ ਨੇ ਠਰਮੇ ਦੇ ਵਿੱਚ ਲੈਣ ਦੇ ਲਈ, ਲੋਕਾਂ ਦਾ ਜਿਹੜਾ ਰੋਹ ਸੀ ਉਹਨੂੰ ਠੰਡਾ ਕਰਨ ਦੇ ਲਈ ਆਪਣੀ ਸਰਕਾਰ ਦੇ ਵਿੱਚ ਜਸਟਿਸ ਜੋਰਾ ਸਿੰਘ ਬਣਾਇਆ ਜਾਂਦਾ ਜੀ। ਪਹਿਲੀ ਗੱਲ ਇੱਥੇ ਮੈਂ ਗੱਲ ਕਹਿਣੀ ਚਾਹਣਾ ਵੀ 3 ਦਿਨਾਂ ਦੇ ਵਿੱਚ ਸਾਰੇ ਕਾਂਡ ਨੂੰ ਇਲਜ਼ਾਮ ਦੇ ਦਿੰਦੇ ਆ, ਗੋਲੀ ਚੱਲਦੀ ਆ, ਧਰਨੇ ਲੱਗਦੇ ਆ, ਉਹਨਾਂ ਸਾਰਿਆਂ ਨੂੰ ਖੁਰਦ-ਬੁਰਦ ਕਰਨ ਦੇ ਵਿੱਚ 3 ਦਿਨ ਦਾ ਸਮਾਂ ਜਿਹੜਾ ਸਾਰਾ ਇਹਨਾਂ ਨੂੰ ਲੱਗਦਾ ਹੈ ਤੇ ਉਹਦਾ ਇਨਸਾਫ ਦੇਣ ਲਈ 1.5 ਸਾਲ ਦਾ ਸਮਾਂ ਇਹਨਾਂ ਕੋਲੇ ਥੋੜਾ ਰਹਿ ਜਾਂਦਾ। ਸੋ ਉੱਥੋਂ ਵੀ ਇਹ ਨਾਕਾਮ ਸਾਬਤ ਹੁੰਦੇ ਆ ਤੇ ਜਿਹੜੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਦੀ ਗੱਲ ਕਰਦੇ ਆ ਉਹ ਇਹ ਟੇਬਲ ਤੇ ਪਈ ਰਹਿ ਜਾਂਦੀ ਆ, ਚਾਹੇ ਉਹਦੀ ਜਾਂਚ ਅਧੂਰੀ ਸੀ, ਚਾਹੇ ਇੱਕ ਤਰਫੀ ਸੀ, ਜੋ ਵੀ ਸੀ ਉਹ ਲੈਂਦੇ ਨਹੀਂ ਇਹ। ਜਸਟਿਸ ਰਣਜੀਤ ਸਿੰਘ ਕੋਲੇ ਜਿਹੜੀ ਸੀਸੀਟੀਵੀ ਜਾਂਦੀ ਉਹ ਅਸੀਂ ਖੁਦ ਉਹਨਾਂ ਨੂੰ ਦੇ ਕੇ ਆਉਂਦੇ ਆ, ਸਾਡੇ ਕੋਲੇ ਉਹ ਸੀਸੀਟੀਵੀ ਆਉਂਦੀ ਆ। ਪ੍ਰੈਸ ਕਾਨਫਰੰਸ ਬਠਿੰਡੇ ਅਸੀਂ ਕਰਦੇ ਆ, ਉਸ ਦੇ ਵਿੱਚ ਲਾਂਚ ਕਰਨ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਨੂੰ ਦਿੱਤੀ ਜਾਂਦੀ ਹੈ ਤੇ ਜਸਟਿਸ ਰਣਜੀਤ ਸਿੰਘ ਨੂੰ ਜਿਹੜੀ ਸੀਸੀਟੀਵੀ ਦੀਆਂ ਫੋਟੋਜ਼ ਦਿੱਤੀਆਂ ਜਾਂਦੀਆਂ ਉਹ ਤਕਰੀਬਨ ਲੋਕਾਂ ਦੇ ਕੋਲੇ ਜਾਂਦੇ ਆ। ਉਹਨਾਂ ਕੋਲ ਇਹ ਨਹੀਂ ਆ ਵੀ ਇਕੱਲੇ 1-2 ਬੰਦਿਆਂ ਦੇ ਬਿਆਨ ਹੋਣਗੇ, 150-200 ਬੰਦਾ ਜਿਹੜਾ ਬਹਿਵਲ ਦਾ ਉੱਥੇ ਜਾ ਕੇ ਬਿਆਨ ਉਹ ਬਹਿਵਲ ਪਿੰਡ 'ਚ ਜਾਂਦੇ ਆ, ਬਕਾਇਦਾ ਫਰੀਦਕੋਟ 3 ਦਿਨ ਰਹਿੰਦੇ ਆ ਤਾਂ ਕੱਲਾ ਜਾ ਕੇ ਉੱਥੇ ਜਿਹਨੇ ਦੇਖਿਆ ਆਪਣੇ ਪਿੰਡੇ ਤੇ ਹੰਡਾਇਆ ਉਹ ਦਰਦ ਦੱਸਦੇ ਆ, ਉਹ ਕਲਮਬੰਦ ਕੀਤਾ ਜਾਂਦਾ। ਜਿਹੜੇ ਰਹਿੰਦੇ ਆ ਉਹ ਚੰਡੀਗੜ੍ਹ ਵੀ ਆਉਂਦੇ ਆ। ਸੋ ਉਹ ਜਾਂਚ ਬਹੁਤ ਹੀ ਵਧੀਆ ਸੀ ਤੇ ਬਹੁਤ ਹੀ ਲੋਕਾਂ ਨੇ ਕੋਆਪਰੇਟ ਕੀਤੀ ਸੀ, ਜਿਹੜੀ ਸਹੀ ਸੀ, ਜੋ ਕੁਝ ਉੱਥੇ ਵਾਪਰਿਆ ਸਾਰਾ ਦੱਸਿਆ। ਪਰ ਸਰਕਾਰਾਂ ਨੇ ਅੱਜ ਉਹ ਨਕਾਰਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਸਪੈਸ਼ਲ ਸੈਸ਼ਨ ਬੈਠਦਾ ਵਿਧਾਨ ਸਭਾ ਦੇ ਵਿੱਚ, ਆਪਾਂ ਸਾਰੇ ਦੇਖਦੇ 8-9 ਘੰਟੇ ਦੀ ਬਹਿਸ ਹੁੰਦੀ। ਉਸ ਤੋਂ ਬਾਅਦ ਸੈੱਟ ਬਣਾਈ ਜਾਂਦੀ ਆ। ਸੈੱਟ ਦੇ ਵਿੱਚ ਜਦੋਂ ਬਾਦਲ ਦੀ ਪੁੱਛਗਿੱਛ ਕਰਨ ਜਾਣਾ ਤਾਂ ਉਦੋਂ ਇਹ ਸੈੱਟ ਵੀ 2 ਫਾੜ ਹੁੰਦੀ ਨਜ਼ਰ ਆਉਂਦੀ ਹੈ, ਕਿਉਂਕਿ ਪਹਿਲਾਂ ਵੀ ਕਿਤੇ ਨਾ ਕਿਤੇ ਜਿਹੜੀ ਉਹ 'ਚ ਕੰਟਰੋਵਰਸੀ ਕਹਿ ਲਓ ਜਾਂ ਉਹਨਾਂ ਦੀ ਮਿਲੀ ਭੁਗਤ ਵਿੱਚ ਸੈੱਟ ਦੇ ਬੰਦੇ ਫਿੱਟ ਹੋਣੇ, ਤਾਂ ਉਹ ਉਸ ਟਾਈਮ ਚਿਹਰੇ ਨੰਗੇ ਹੋ ਜਾਂਦੇ ਆ ਵੀ ਜਦੋਂ ਉਸ ਟਾਈਮ ਦੀ ਸਮੇਂ ਦੀ ਸਰਕਾਰ ਆ ਉਹ ਦੇਖੋ ਉਹਦੀ ਇਨਵੋਲਵਮੈਂਟ ਤਾਂ ਹੈ, ਕਿਉਂਕਿ ਗ੍ਰਹਿ ਮੰਤਰੀ ਰਹਿ ਚੁੱਕੇ ਆ ਡਿਪਟੀ ਸੀਐਮ ਸੁਖਬੀਰ ਬਾਦਲ। ਸੋ ਉਹਨਾਂ ਦੇ ਬਿਹੇਵ ਤੇ ਜਿਹੜੀਆਂ ਚਲਾਨ ਪੇਸ਼ ਕੀਤੇ ਆ ਇਹਨਾਂ ਦੇ ਵਿੱਚ ਉਹਨਾਂ ਦੇ ਨਾਮ ਵੀ ਆ, ਸਾਡੇ ਕੋਲੇ ਆ, ਰਿਪੋਰਟਾਂ ਵੀ ਆ ਤੇ ਕਾਲ ਡਿਟੇਲਾਂ ਵੀ ਆ ਸਮੇਤ ਸੈਣੀ ਦੀਆਂ ਹੋਣ ਤੇ ਉਮਰਾਂ ਨੰਗਲ ਦੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਨਾਲ। ਤੇ ਉਹ ਸਾਰਾ ਕਿਤੇ ਨਾ ਕਿਤੇ ਸਾਬਤ ਇਹ ਗੱਲਾਂ ਕਰਦੀਆਂ ਵੀ ਇਹਨਾਂ ਦੀ ਸਾਰੀ ਮਿਲੀ ਭੁਗਤ ਸੀ, ਜਿਹਦੇ ਤੋਂ ਪਰਦਾ ਚੱਕਿਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਇਨਵੈਸਟੀਗੇਸ਼ਨ ਨੇ ਉਹਨਾਂ ਨੇ ਬਣਾਈ ਆ ਤੇ ਉਸ ਤੋਂ ਬਾਅਦ ਆਈਜੀ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਉਹਦੀ ਜਿਹੜੀ ਪੜਚੋਲ ਕੀਤੀ ਆ ਆਪਣੀ ਟੀਮ ਦੇ ਨਾਲ ਜਾ ਕੇ, ਮਤਲਬ ਉਸੇ ਦੁਆਰਾ ਗਵਾਹਾਂ ਨੂੰ ਮਿਲਿਆ ਗਿਆ, ਉਹਨਾਂ ਦੇ ਬਿਆਨ ਫਿਰ ਕਲਮਬੰਦ ਕੀਤੇ ਗਏ ਆ। ਸੋ ਕਿਤੇ ਨਾ ਕਿਤੇ ਜਿਹੜੀ ਜਾਂਚ ਬਿਲਕੁਲ ਸਹੀ ਦਿਸ਼ਾ ਵੱਲ ਜਾਂਦੀ ਸੀ ਤਾਂ ਇਹਨਾਂ ਨੇ ਉਹ ਤੋਂ ਪਰਦੇ ਪਾਉਣ ਲਈ ਸਾਰਾ ਕੁਝ ਉਹਨੂੰ ਮਲੀਆਮੇਟ ਕਰਨ ਦੇ ਲਈ ਜਿਹੜੇ ਆ ਹਾਈ ਕੋਰਟ ਤੇ ਦੇ ਫੈਸਲੇ ਲਿਆਂਦੇ ਆ। ਤੇ ਅੱਜ ਉਹੀ ਆਪਾਂ ਪੋਲੀਟੀਕਲ ਧਿਰ ਦੀ ਗੱਲ ਕਰਦੇ ਆ ਜਿਹੜੀ ਦਾ ਹਜੇ ਤੱਕ ਆਪਾਂ ਨਾਂ ਨਹੀਂ ਆਇਆ। ਅੱਜ 9 ਚਲਾਨ ਪੇਸ਼ ਹੋ ਚੁੱਕੇ ਆ। ਸਿਰਫ ਪਹਿਲੇ ਚਲਾਨ ਦੇ ਵਿੱਚ 41 ਨੰਬਰ ਤੋਂ 50 ਨੰਬਰ ਪੇਜ ਤੱਕ 48 ਨੰਬਰ ਪੇਜ ਤੱਕ ਜਿਹੜੀ ਉਹਨਾਂ ਦੀ ਵੇਰਵਾ ਪਾਇਆ ਗਿਆ, ਇਹਨਾਂ ਦੀ ਕਿੱਥੇ ਮੀਟਿੰਗ ਹੁੰਦੀ ਆ, ਬੇਅਦਬੀ ਦੇ ਬੇਸ ਤੇ ਹੁੰਦੀ ਆ, ਕਿਹਦੇ ਨਾਲ ਹੁੰਦੀ ਆ, ਕਿੰਨਾ ਟਾਈਮ ਗੱਲਬਾਤ ਹੁੰਦੀ ਆ, ਉਹ ਸਾਰਾ ਵੇਰਵਾ ਪਾਇਆ ਜਾਂਦਾ। ਪਰ ਹਜੇ ਤੱਕ ਉਹਨਾਂ ਦਾ 10ਵੇਂ ਚਲਾਨ ਵਿੱਚ ਆਪਾਂ ਕਹਿੰਦੇ ਨਾਂ ਆਉਣਾ ਬਾਕੀ ਸੀ। ਤੇ ਅੱਜ ਉਹ ਜਾਂਚ ਖਾਰਜ ਹੋਣ ਤੇ ਦੋਸ਼ੀਆਂ ਨਾਲੋਂ ਵੱਧ, ਸਮੇਤ ਸੈਣੀ ਨਾਲੋਂ ਵੱਧ, ਉਮਰਾਂ ਨੰਗਲ ਨਾਲੋਂ ਵੱਧ ਉਸ ਪੋਲੀਟੀਕਲੀ ਧਿਰ ਦੇ ਬਿਆਨ ਆ ਰਹੇ ਆ ਵੀ ਉਹ ਇਸ ਗੱਲ ਦੀ ਖੁਸ਼ੀ ਪ੍ਰਗਟਾ ਰਹੇ ਆ ਵੀ ਅਸੀਂ ਬਚ ਗਏ ਆ। ਸੋ ਕਿਤੇ ਨਾ ਕਿਤੇ ਉਹ ਆਪਣੇ ਅੰਦਰ ਇਹ ਸੋਚ ਬੈਠੇ ਸੀਗੇ ਵੀ ਉਹ ਜ਼ਰੂਰ ਫਸੇ ਹੈਗੇ ਆ, ਚੋਰ ਹੈਗੇ ਆ, ਪਰ ਉਹ ਬਚਣ ਦਾ ਅੱਜ ਵਿਖਾਵਾ ਕਰ ਰਹੇ ਆ। ਤਾਂ ਉਹਨਾਂ ਦੇ ਚਲੋ ਆਪਾਂ ਇੱਥੇ ਗੱਲ ਕਰਦੇ ਵੀ ਇਹਨਾਂ ਅਦਾਲਤਾਂ 'ਚ ਤਾਂ ਬਚ ਜਾਣਗੇ, ਪਰ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਦਾਲਤ 'ਚ ਉਹਨਾਂ ਨੂੰ ਕੋਈ ਨਹੀਂ ਬਚਾ ਸਕੂਗਾ। ਜੇ
ਸੁਖਪਾਲ ਸਿੰਘ, ਜਿਹੜੀ ਇੱਕ ਉਹ ਇਹ ਵੀ ਦਾਅਵਾ ਕਰਦੇ ਆ ਕਿ ਜੇ ਇਹਦੀ ਜਾਂਚ ਕਿਸੇ ਏਜੰਸੀ ਤੋਂ ਕਰਵਾਈ ਜਾਵੇ, ਜਿਹੜਾ ਇਹ ਵੀ ਕਿਹਾ ਜਾਂਦਾ ਕਿ ਜਿਸ ਦਿਨ ਇਹ ਜੱਜ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਪੁੱਛਿਆ ਸੀਗਾ CBI ਦੀ ਜਾਂਚ ਜਾਂ ਹਰਿਆਣਾ ਪੁਲਿਸ ਦੇ ਵੱਲੋਂ ਜਾਂਚ ਜਾਂ ਫਿਰ ਸਿੱਟ ਖਤਮ ਕਰਕੇ CBI ਤੁਹਾਡੇ ਪਰਿਵਾਰਾਂ ਤੱਕ ਕਦੀ ਪਹੁੰਚੀ ਸੀ ਜਿਹਨੇ ਕਲੋਜ਼ਰ ਰਿਪੋਰਟ ਲਈ? ਕਦੀ ਉਹਨਾਂ ਦੇ ਕੋਈ ਆਫੀਸਰ ਆਏ, ਜਿਵੇਂ ਤੁਸੀਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਬਾਰੇ ਦੱਸਿਆ ਕਿ ਉੱਥੇ ਆ ਕੇ ਰਹੇ? CBI ਦੀ ਜਾਂਚ ਜਿੰਨਾ ਟਾਈਮ ਰਹੀ ਹੈ ਤਾਂ ਇੱਥੋਂ ਮੈਂ ਆਪਣੀ ਗੱਲ ਹੀ ਨਹੀਂ ਕਰਦਾ, ਈਵਨ ਕਿ ਮੈਂ ਜਸਟਿਸ ਜੋਰਾ ਸਿੰਘ ਦੀ ਗੱਲ ਵੀ ਕਰਾਂ ਤਾਂ ਉਹ ਵੀ ਆਪਣੇ ਤੱਕ ਨਹੀਂ ਪਹੁੰਚੇ ਸੀਗੇ। ਅੱਛਾ, ਜੇ ਆਪਾਂ ਉਹਨਾਂ ਦੀ ਰਿਪੋਰਟ ਦੀ ਵੀ ਗੱਲ ਕਰੀਏ, ਉਹਨਾਂ ਨੇ ਵੀ ਸਾਡੇ ਪਰਿਵਾਰ ਤੱਕ ਕੋਈ ਪਹੁੰਚ ਨਹੀਂ ਕੀਤੀ, ਈਵਨ ਕਿ ਜਿਹੜੇ ਜ਼ਖਮੀ ਹੋਏ ਉਹਨਾਂ ਤੱਕ ਵੀ ਨਹੀਂ ਕੀਤੀ ਸੀ। ਉੱਥੇ ਬਹਿ ਕੇ ਆਪਣੀ ਗੱਲਬਾਤ ਜਿੰਨੀ ਕਿ ਉਹਨਾਂ ਨੇ ਫਾਰਮੈਲਿਟੀ ਪੂਰੀ ਕਰਨੀ ਸੀ ਉਹ ਕੀਤੀ ਆ। ਤੇ CBI ਨੂੰ ਤਾਂ ਹਾਲਾਂਕਿ ਸਾਡੇ ਤੱਕ ਤਾਂ ਪਹੁੰਚ ਉਹਨਾਂ ਦੀ ਹੋਣੀ ਜ਼ਰੂਰੀ ਸੀ, ਕਿਉਂਕਿ ਸਾਡੇ ਪਰਿਵਾਰ ਦੇ ਜੀ ਗਏ ਆ। ਮੇਰੇ ਫਾਦਰ ਸਾਹਿਬ ਦੀ ਉੱਥੇ ਜਿਹੜੀ ਸ਼ਹੀਦੀ ਹੋਈ ਆ, ਗੁਰਜੀਤ ਵੀਰ ਆ ਜਿਹੜਾ ਸਰਾਵਾਂ ਤੋਂ ਆ, ਬਾਕੀ ਇੱਕ ਮੁੰਡਾ ਪਿੰਡੋਂ ਇੰਜਰਡ ਹੋਇਆ ਸੀ, ਉਹਨਾਂ ਤੱਕ ਵੀ ਜ਼ਰੂਰੀ ਸੀਗਾ। ਪਰ ਉਹ ਉੱਥੋਂ ਤੱਕ ਵੀ ਉਹਨਾਂ ਕਿਸੇ ਤੱਕ ਕੋਈ ਅਪਰੋਚ ਨਹੀਂ ਹੋਈ, ਤੇ ਗਵਾਹਾਂ ਤੱਕ ਤਾਂ ਕਿੱਥੋਂ ਹੋਣੀ ਸੀ? ਜਿਹਨਾਂ ਨੇ ਉੱਥੇ ਦੇਖਿਆ ਉਹਨਾਂ ਤੱਕ ਤਾਂ ਉਹਨਾਂ ਨੇ ਗੱਲ ਕੀਤੀ ਨਹੀਂ। CBI ਸਾਨੂੰ ਤਾਂ ਇਹੀ ਨਹੀਂ ਪਤਾ ਸੀ CBI ਫਰੀਦਕੋਟ 'ਚ ਬੈਠੀ ਕਿੱਥੇ ਆ ਜਾਂ ਆਈ ਕਿੱਥੇ ਆ। ਸੋ ਇਦਾਂ ਦੀਆਂ ਗੱਲਾਂ ਤੇ ਉਹਨਾਂ ਨੇ ਜਦੋਂ ਕਲੋਜ਼ਰ ਰਿਪੋਰਟ ਦਿੱਤੀ ਆ ਸਾਨੂੰ ਤਾਂ ਉਸ ਟਾਈਮ ਵੀ ਉਹ ਇੱਕ ਕਹਿ ਲਓ ਵੀ ਸ਼ੌਕਡ ਲੱਗਿਆ ਉਹਨਾਂ ਦੀ ਉਹ ਖਬਰ ਸੁਣ ਕੇ ਵੀ ਉਹਨਾਂ ਨੇ ਕਲੋਜ਼ਰ ਰਿਪੋਰਟ ਦਿੱਤੀ ਤੇ ਜਿਵੇਂ ਕੁਝ ਉੱਥੇ ਹੋਇਆ ਹੀ ਨਹੀਂ, ਬੇਅਦਬੀ ਨਹੀਂ ਹੋਈ। ਬੇਅਦਬੀ ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲਏ ਜਾਂਦੇ ਆ, ਸਰਸੇ ਵਾਲੇ ਦੇ ਪੈਰੋਕਾਰਾਂ ਵੱਲੋਂ ਬਕਾਇਦਾ ਪੋਸਟਰ ਲਾਏ ਜਾਂਦੇ ਆ ਭੱਦੀ ਸ਼ਬਦਾਵਲੀ ਦੇ ਵਿੱਚ, ਜਿਹੜੇ ਆਪਾਂ ਬੋਲ ਨਹੀਂ ਸਕਦੇ, ਇਦਾਂ ਦੀਆਂ ਗੱਲਾਂ ਲੈ ਕੇ ਉਹਨਾਂ ਨੇ ਪੋਸਟਰ ਲਾਏ ਆ, ਤਾਂ ਉਹਦੀ ਜਾਂਚ ਹੀ ਨਹੀਂ ਹੋ ਰਹੀ। ਉਹ ਇਹਨਾਂ ਨੇ ਇੱਕ ਇਹ ਕਹਿ ਕੇ ਬੰਦ ਕਰਤਾ ਵੀ ਇੱਥੇ ਕੁਝ ਹੋਇਆ ਹੀ ਨਹੀਂ, ਸਾਰਿਆਂ ਨੂੰ ਕਲੀਨ ਚਿੱਟ ਦਿੱਤੀ। ਉਸੇ ਤਰ੍ਹਾਂ ਹੀ ਜੇ ਹੁਣ ਇਨਵੈਸਟੀਗੇਸ਼ਨ ਪਹੁੰਚੀ ਆ, 9 ਚਲਾਨ ਕੋਰਟ ਦੇ ਵਿੱਚ ਗਏ ਆ, ਸਮੇਤ ਸੈਣੀ ਫਰੀਦਕੋਟ ਦੀਆਂ ਤਰੀਕਾਂ ਤੇ ਆ ਰਹੇ ਆ, ਬਕਾਇਦਾ ਪਹਿਲਾਂ ਉਹਨਾਂ ਨੇ ਸੰਮਣ ਮੋੜਦੇ ਰਹੇ ਆ, ਨਹੀਂ ਉਹਨਾਂ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ। ਜੇ ਅੱਜ ਕੀਤੀ ਆ ਤਾਂ ਉਹਨੂੰ ਕਿਤੇ ਨਾ ਕਿਤੇ ਖੁਰਦ-ਬੁਰਦ ਕਰ ਲਈ। 2 ਜਿਹੜੇ ਇਹਦੇ 'ਚ ਕੰਪਲੇਂਟ ਕਰਤਾ ਸੀਗੇ, ਗੁਰਦੀਪ ਪੰਧੇਰ ਤੇ ਇੱਕ ਰਿਸ਼ਪਾਲ ਸਿੰਘ ਹੌਲਦਾਰ। ਸੋ ਉਹਨਾਂ ਦੀ ਉਹ ਜਿਹੜੀ ਐਪਲੀਕੇਸ਼ਨ ਆਪਾਂ ਪੜ੍ਹ ਕੇ ਵੀ ਦੇਖੀਏ ਨਾ, ਤਾਂ ਉਸ ਲੈਵਲ ਦੀ ਉਹ ਐਪਲੀਕੇਸ਼ਨ ਨਹੀਂ ਲਿਖ ਸਕਦੇ ਸੀ ਜਿਹੜੀ ਉਹਨਾਂ ਨੇ ਕੋਈ ਸ਼ੱਕ ਨਹੀਂ ਲਾਈ ਹੈ। ਹਾਂ, ਉਹ ਤਾਂ ਮਹਿਜ ਇੱਕ ਮੋਹਰੇ ਨੇ, ਬਿਲਕੁਲ ਪਿੱਛੇ ਜਿਹੜੇ ਮੋੜੇ ਬਣਾ ਕੇ ਵਰਤਿਆ ਗਿਆ, ਤੇ ਜਿਹੜੇ ਉਹਨਾਂ ਦੇ ਪਿਛਲੇ ਆ ਮਾਸਟਰਮਾਈਂਡ ਉਹ ਆ ਜਿਹੜੇ ਭੰਗੜਾ ਪਾ ਰਹੇ ਆ ਰਿਪੋਰਟ ਖਾਰਜ ਹੋਣ ਤੋਂ ਬਾਅਦ। ਸੁਖਪਾਲ ਸਿੰਘ, ਕਿਉਂਕਿ ਤੁਸੀਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਕੜੀ ਜਦੋਂ ਕੜੀ ਨਾਲ ਕੜੀ ਜੋੜਨੀ ਹੋਵੇ ਤਾਂ ਉਹਦੇ ਵਿੱਚ ਜਿਹੜੀ ਸਭ ਤੋਂ ਇੱਕ ਅਹਿਮ ਚੀਜ਼ ਹੁੰਦੀਆਂ ਨੇ ਉਹ ਤੁਸੀਂ ਹੋ ਉਹਦੇ ਵਿੱਚ, ਜਾਂ ਗੁਰਜੀਤ ਦਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਪਰਿਵਾਰ ਹੈ। ਜਿੰਨੇ ਜਿਹੜੀ ਗਵਾਹੀਆਂ ਫਾਈਂਡਿੰਗਸ ਨੇ, ਚਾਹੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਨੇ ਜਾਂ ਬਾਅਦ ਦੇ ਵਿੱਚ ਸਿੱਟ ਦੀਆਂ ਨੇ, 164 ਦੇ ਬਿਆਨ ਬਹੁਤ ਸਾਰੇ ਜਿਹੜੇ ਹੋਏ ਆ ਉਹਦੇ ਜੱਜ ਸਾਹਿਬ ਦੇ ਸਾਹਮਣੇ ਹੋਏ ਆ, ਉਹ ਹੁਣ ਨਿਲ ਐਂਡ ਵਾਇਡ ਸਾਰੇ ਉਹ ਜਿਹੜੇ ਹੋ ਗਏ। ਤੁਹਾਨੂੰ ਲੱਗਦਾ ਕਿ ਜੇ ਦੁਬਾਰਾ ਸਿੱਟ ਬਣਦੀ ਆ ਤੇ ਉਹ ਦੁਬਾਰਾ ਇੰਨੀਆਂ ਫਾਈਂਡਿੰਗਸ, ਇੰਨੇ ਗਵਾਹ ਜਿਹੜੇ ਆ, ਇੰਨੀਆਂ ਗਵਾਹੀਆਂ ਉਹ ਲੱਭ ਸਕਦੇ ਆ? ਜੀ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜੇ ਆਪਾਂ ਗੱਲ ਕਰਦੇ ਨਾ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨੇ ਹੰਢਾਇਆ, ਉਹਨਾਂ ਲਈ ਇੱਕ ਇਹ ਚੀਜ਼ ਆ ਵੀ ਉਹ ਇਨਸਾਫ ਲੈਣਾ ਚਾਹੁੰਦੇ ਆ ਵੀ ਸਰਕਾਰਾਂ ਇਨਸਾਫ ਦੇਣ, ਉਹ ਇਹ ਆਸ ਰੱਖ ਕੇ ਚੱਲਦੇ ਆ। ਪਰ ਜੇ ਆਪਾਂ ਖੱਜਲ ਖੁਆਰੀ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ, ਜੇ ਹੁਣ ਮੇਰੀ 6 ਸਾਲ ਤੋਂ ਖੱਜਲ ਖੁਆਰੀ ਚੰਡੀਗੜ੍ਹ ਫਰੀਦਕੋਟ ਗੇੜੇ ਲੱਗ ਕੇ ਹੋ ਰਹੀ ਹੈ ਤਾਂ ਮੈਂ ਉਹ ਮਹਿਸੂਸ ਕਰਦਾ ਖੁਦ। ਜਿਹੜੇ ਬੰਦੇ ਹਫ਼ਤੇ 'ਚ ਇੱਕ ਦਿਨ, ਜਿਹੜੇ ਕਦੇ ਪਿੰਡ 10 ਕਿਲੋਮੀਟਰ ਦਾ ਸਫ਼ਰ ਕਰਨ ਵਾਲੇ, ਉਹਨਾਂ ਨੂੰ 500 ਕਿਲੋਮੀਟਰ ਦਾ ਸਫ਼ਰ ਕਰਨਾ ਪੈ ਜੇ ਲਗਾਤਾਰ 3 ਦਿਨ 4 ਦਿਨ, ਤਾਂ ਉਹ ਟੁੱਟ ਜਾਣਗੇ, ਉਹ ਨਹੀਂ ਆ ਕੇ ਰਾਜੀ। ਇਹੀ ਹੋਇਆ ਉਹਨਾਂ ਨਾਲ ਵੀ ਕਿ ਸਭ ਤੋਂ ਪਹਿਲਾਂ ਇੱਕ ਪਬਲਿਕ ਕਮਿਸ਼ਨ ਬਣਾਏ ਜਾਂਦੇ ਆ, ਜਸਟਿਸ ਮਾਰਕੰਡੇ ਕਾਰਟੂ, ਜਿਹੜੇ ਪਬਲਿਕ ਤੌਰ ਤੇ ਹੁੰਦੇ ਆ। ਉਹਦੀ ਆਪਾਂ ਇਹ ਨਹੀਂ ਕਹਿੰਦੇ ਵੀ ਲਾਗੂ ਹੋਈ ਆ, ਪਰ ਐਨ ਉਹਨਾਂ ਨੇ ਰਿਪੋਰਟ ਤਕਰੀਬਨ 80% ਮਿਲਦੀ ਜਿਹੜੀ ਜਸਟਿਸ ਰਣਜੀਤ ਸਿੰਘ ਦੇ ਨਾਲ ਦਿੱਤੀ ਆ। ਉਸ ਤੋਂ ਬਾਅਦ ਜੋਰਾ ਸਿੰਘ ਜੀ ਬਣਾਏ ਜਾਂਦੇ ਆ। ਸੋ ਜਿਹੜੇ ਬੰਦੇ ਜਸਟਿਸ ਮਾਰਕੰਡੇ ਕਾਰਟੂ ਕੋਲ ਪਹੁੰਚੇ ਸੀ ਉਹ ਜਸਟਿਸ ਜੋਰਾ ਸਿੰਘ ਕੋਲ ਨਹੀਂ ਪਹੁੰਚੇ, ਕਿਉਂਕਿ ਉਹਨਾਂ ਨੇ ਉਸ ਨੂੰ ਬੇਸਡ ਸਮਝ ਲਿਆ ਵੀ ਇਹੀ ਰਿਪੋਰਟ ਹੋਣੀ ਆ, ਦੂਸਰੇ ਫਿਰ ਖੱਜਲ ਖੁਆਰੀ ਲਈ ਆ। ਚਲੋ ਉਹਦੇ 'ਚੋਂ ਜੇ ਮੰਨ ਲਓ ਪਹਿਲਾਂ 150 ਬੰਦਾ ਪਹੁੰਚਿਆ, 100 ਬੰਦਾ ਜਸਟਿਸ ਜੋਰਾ ਕੋਲੇ ਜਾਂਦਾ, ਤੇ 100 ਦੇ ਵਿੱਚੋਂ ਜਸਟਿਸ ਰਣਜੀਤ ਕੋਲੇ ਜਿਹੜੇ 80 ਤੋਂ 70 ਦੀ ਗਿਣਤੀ ਰਹਿ ਗਈ ਆ। ਮਤਲਬ ਘਟਦੀ ਜਾਂਦੀ ਹੈ, ਲੋਕਾਂ ਦੀ ਖੱਜਲ ਖੁਆਰੀ ਵੱਧਦੀ ਜਾਂਦੀ ਆ। ਸੋ ਉਸੇ ਤਰ੍ਹਾਂ ਹੀ ਜੇ ਹੁਣ ਨਵੀਂ ਸੈੱਟ ਲੈ ਕੇ ਆਉਣਗੇ, ਇਹਨਾਂ ਦਾ ਕੀ ਪਤਾ ਜਾਂ ਹਾਈ ਕੋਰਟ ਦਾ ਕੀ ਪਤਾ ਵੀ ਮੰਨ ਲਓ ਆਹ ਸੈੱਟ ਤੇ ਮੈਂ ਉਂਗਲ ਨਹੀਂ ਚੱਕ ਰਿਹਾ, ਬਹੁਤ ਇਮਾਨਦਾਰ ਹੋ ਸਕਦੀ ਆ ਆਫਿਸਰ, ਜਿਹੜੇ ਇਸ ਤੋਂ ਵੀ ਜ਼ਿਆਦਾ ਇਮਾਨਦਾਰ ਹੋ ਸਕਦੇ ਆ, ਸਹੀ ਜਾਂਚ ਦੇ ਦੇਣ। ਪਰ ਆਹ ਕੋਰਟਾਂ ਦਾ ਆਪਾਂ ਕੀ ਕਰਾਂਗੇ, ਜਿਹੜੀ ਆ ਜੱਜਮੈਂਟ ਆ ਗਈ ਆ ਇੱਕ ਬੰਦੇ ਤੇ ਬੇਸਡ ਕੱਢਤੀ ਇਹਨਾਂ ਨੇ, ਜਿਹੜੀ ਲੈ ਕੇ ਬਈ ਇੱਕ ਪੋਲੀਟੀਕਲੀ ਆ, ਜਾਂ ਇਹਨਾਂ ਨੇ ਆਪਣੀ ਮਨਘੜਤ ਕਹਾਣੀ ਬਣਾ ਕੇ ਉਹਨੂੰ ਪੇਸ਼ ਕਰਕੇ ਜਿਹੜਾ ਸਾਹਮਣੇ ਲਿਆਤਾ। ਤੇ ਇਹ ਹੋ ਸਕਦਾ 3 ਮਹੀਨਿਆਂ ਨੂੰ 4 ਨੂੰ ਜਿਹੜੀ ਇਹ ਰਿਪੋਰਟ ਦੇਣੀ ਇਹਨੂੰ ਵੀ ਇਸੇ ਤਰ੍ਹਾਂ ਕਹਿ ਕੇ ਖਾਰਜ ਕਰ ਦੇਣ, ਫਿਰ ਲੋਕ ਕੀ ਕਰਨਗੇ? ਸੋ ਇਸੇ ਕਰਕੇ ਲੋਕਾਂ ਨੂੰ ਮਾਨਸਿਕ ਤੌਰ ਤੇ, ਆਰਥਿਕ ਤੌਰ ਤੇ ਇਹ ਸਾਰਾ ਤੋੜਨਾ ਚਾਹੁੰਦੇ ਆ। ਤੇ
ਤਕਰੀਬਨ ਇਹਨਾਂ ਦੇ ਵਿੱਚੋਂ ਮੈਂ ਵੀ ਇੱਕ ਆ ਜਿਹੜਾ ਮੈਂ 6 ਸਾਲ 5 ਸਾਲ ਦਾ ਗੇੜੇ ਕੱਢਦਾ ਚੱਕਰਾਂ 'ਚ ਟੁੱਟ ਚੁੱਕਿਆ ਵੀ ਇਸ ਨਿਆਂ ਪ੍ਰਣਾਲੀਆਂ ਤੋਂ ਸਾਨੂੰ ਆਸ ਨਹੀਂ ਰਹੀ ਆ, ਜਿਹਦੇ ਕਰਕੇ ਅਸੀਂ ਕਹਿੰਦੇ ਆ ਵੀ ਜੇ ਇਨਸਾਫ ਦੇਣਾ ਚਾਹੁੰਦੇ ਆ ਤਾਂ IG ਕੰਵਰ ਵਿਜੇ ਪ੍ਰਤਾਪ ਹੋਣਾ ਦੀ ਰਿਪੋਰਟ ਨੂੰ ਜਿਹੜੇ ਸਾਰੇ ਪੂਰੇ ਪੰਜਾਬ ਦੇ ਸਿੱਖਾਂ ਨੇ, ਬਾਹਰਲੇ ਸਿੱਖਾਂ ਨੇ ਪ੍ਰਵਾਨ ਕੀਤਾ ਤੇ ਉਹਨਾਂ ਨੇ ਉਹਨੂੰ ਸਮਝਿਆ ਵੀ ਵਾਕਿਆ ਹੀ ਇਹ ਚੀਜ਼ ਹੋਈ ਆ। ਕਾਲ ਡਿਟੇਲਾਂ ਤੁਹਾਡੇ ਸਾਹਮਣੇ DGP ਸਮੇਤ ਸੈਣੀ ਦੀਆਂ ਜਾਂ ਉਮਰਾ ਨੰਗਲ ਦੀ CM ਹਾਊਸ 'ਚ ਕਾਲਾਂ ਜਾਣੀਆਂ, ਮਨਤਾਰ ਬਰਾੜ ਦੀਆਂ ਕਾਲਾਂ ਜਾਣੀਆਂ, ਉਹ ਸਾਰੀਆਂ ਇਸ ਚੀਜ਼ ਦਾ ਪ੍ਰਗਟਾਵਾ ਕਰਦੀਆਂ ਵੀ ਇਹ ਇਨ ਟੱਚ ਰਹੇ ਆ, ਜਿਨ੍ਹਾਂ ਦੇ ਕਹਿਣ ਤੇ ਹੋਇਆ, ਜਿਨ੍ਹਾਂ ਦੇ ਕਰਨ ਤੇ ਹੋਇਆ, ਉਹ ਚਾਹੇ SSP ਚਰਨਜੀਤ ਸ਼ਰਮਾ ਹੋਵੇ, IG ਉਮਰਾ ਨੰਗਲ ਹੋਵੇ, ਸਮੇਤ ਸੈਣੀ ਹੋਵੇ। ਸੋ ਇਹੋ ਜੀ ਜਾਂਚ ਆ ਦੁਬਾਰਾ ਕੋਈ ਵੀ ਅਧਿਕਾਰੀ ਇੱਥੇ ਤੱਕ ਨਹੀਂ ਕਰੂਗਾ ਤੇ ਨਾ ਹੀ ਜੇ ਮਤਲਬ ਹੁਣ ਇਹ ਕਰਦੇ ਵੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਨਸਾਫ ਆ ਉਹ ਕਦੇ ਵੀ ਇਹਨਾਂ ਅਦਾਲਤਾਂ ਤੋਂ ਨਹੀਂ ਮਿਲੂਗਾ। ਇੱਕ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਜਿਹੜੀ ਚੀਜ਼ ਉਹ ਜੇ ਤੁਸੀਂ ਜਿਹੜੇ ਪੀੜਤ ਪਰਿਵਾਰ ਨੇ ਉਹ ਮੂਹਰੇ ਲੱਗਦੇ ਨੇ, ਉਹ ਇਸਤਗਾਸਾ ਹੈ ਜਿਹੜਾ ਉਹ ਫਾਈਲ ਹੋ ਸਕਦਾ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਰੀ ਵੀ ਉਹ ਹੁਣ ਪ੍ਰੈਕਟਿਸ ਦੇ ਵਿੱਚ ਜਿਹੜਾ ਉਹ ਆ ਗਿਆ। ਕੀ ਇਸ ਤਰ੍ਹਾਂ ਦਾ ਤੁਹਾਡੇ ਮਨ ਦੇ ਵਿੱਚ ਹੈ ਜਾਂ ਤੁਸੀਂ ਇਹ ਲੜਾਈ ਹੁਣ ਛੱਡਣ ਦੇ ਮੂਡ ਦੇ ਵਿੱਚ ਹੋ ਕਿ ਨਹੀਂ ਇਹਨੂੰ ਅੱਗੇ ਹੁਣ ਕਾਨੂੰਨੀ ਲੜਾਈ ਨਹੀਂ ਲੜਨੀ? ਨਹੀਂ ਦੇਖੋ, ਇਸ ਟਾਈਮ ਜਿਹੜੀ ਲੜਾਈ ਆ ਮੈਂ ਆਪਣੇ ਐਡਵੋਕੇਟਾਂ ਦੇ ਨਾਲ ਹਮੇਸ਼ਾ ਗੱਲ ਕਰਦਾ ਰਹਿਣਾ, ਚੱਲਦੀ ਰਹਿੰਦੀ ਆ। ਪਹਿਲੀ ਗੱਲ ਤਾਂ ਸਭ ਤੋਂ ਵੱਡੀ ਨਾਰਾਜ਼ਗੀ ਤਾਂ ਹੁੰਦੀ ਵੀ ਜੱਜਮੈਂਟ ਦੀ ਆਪਾਂ ਗੱਲ ਕਰੀਏ, 12 ਦਿਨਾਂ ਬਾਅਦ ਇਹ ਜੱਜਮੈਂਟ ਦੇ ਰਹੇ ਆ ਤਾਂ ਉਹ ਜੱਜਮੈਂਟ ਦਾ ਕੁਝ ਇਹਨਾਂ ਨੇ ਪੁਆਇੰਟ ਨਹੀਂ ਰੱਖਿਆ ਖਾਸ। ਤੁਸੀਂ ਜੱਜਮੈਂਟ ਆ ਪੜ੍ਹ ਕੇ ਦੇਖੋ, ਸਿਰਫ ਇੱਕ ਬੰਦੇ ਤੇ ਘਮਾਈ ਜਾਣੀ, ਉਹਨੂੰ ਪੋਲੀਟੀਕਲੀ ਲਾਈ ਜਾਣਾ, ਉਹਦੀ ਮਨਘੜਤਾਂ ਨੂੰ ਕਰੀ ਜਾਣਾ। ਦੂਸਰਾ, ਜੇ ਇੱਥੇ ਮੈਂ ਫੇਰ ਗੱਲ ਕਰਨਾ, ਮੈਨੂੰ ਜੇ ਕਿਸੇ ਦੇ ਗੋਲੀ ਲੱਗੀ ਆ, ਮੰਨ ਲਓ ਪੁਲਿਸ ਵਾਲੇ ਨਾਲ ਉੱਥੇ ਜਾਗਤੀ ਹੋਈ ਆ, ਉਹਦੇ ਵਿੱਚ ਮੇਰੇ ਬਾਪੂ ਦੀ ਵੀ ਸ਼ਹੀਦੀ ਹੋਈ ਆ, ਗੋਲੀਆਂ ਲੱਗੀਆਂ, ਤਾਂ ਤੁਸੀਂ ਇੱਕ ਜ਼ਖਮੀ ਬੰਦੇ ਤੇ ਐਡਾ ਤਕੜਾ ਹਾਈ ਕੋਰਟ ਨੇ ਸਟੈਂਡ ਲੈਤਾ ਵੀ ਉਹਨਾਂ ਦਾ ਨਾਮ ਨਹੀਂ ਪਾਇਆ ਗਿਆ। ਉਹਦੇ ਵਿੱਚ ਟ੍ਰਾਇਲ ਚੱਲਣਾ ਚਾਹੀਦਾ ਬਕਾਇਦਾ, ਉਹ 'ਚ ਬਹਿਸ ਹੋਣੀ ਚਾਹੀਦੀ ਹੈ। ਜੇ ਮੰਨਦੇ ਆ ਚਲੋ ਹੋ ਗਿਆ, ਗਲਤ ਹੋਇਆ, ਕਿਤੇ ਕੁਝ ਹੁੰਦਾ ਹੈ ਤਾਂ ਉਹਦੇ 'ਚ ਉਹਨੂੰ ਬਾਹਰ ਕੀਤਾ ਜਾ ਸਕਦਾ, ਉਹਦਾ ਪੱਖ ਸੁਣ ਕੇ ਉਹਨੂੰ ਪਾਸੇ ਕੀਤਾ ਜਾ ਸਕਦਾ, ਉਹਦੀ ਗੱਲ ਨੂੰ ਅਣਗੌਲਿਆ ਨਹੀਂ ਜਾ ਸਕਦਾ। ਪਰ ਇਹ ਥੋੜ੍ਹੀ ਆ ਵੀ ਇੱਕ ਬੰਦੇ ਦੀ ਮਤਲਬ ਇੱਕ ਐਪਲੀਕੇਸ਼ਨ 'ਤੇ ਸਾਰੀ ਜਾਂਚ ਨੂੰ ਨਕਾਰ ਦਿਓ। ਜਿਹੜੇ ਉੱਥੇ ਕਤਲ ਹੋਏ ਆ ਜਾਂ ਅਜੀਤ ਸਿੰਘ ਦੇ ਗੋਲੀਆਂ ਵੱਜੀਆਂ, ਸ਼ਰੇਆਮ CCTV ਦੇ ਵਿੱਚ ਆਪਾਂ ਦੇਖਿਆ, ਉੱਤੇ ਖੜੇ ਗੋਲੀਆਂ ਮਾਰੀ ਜਾਂਦੇ ਆ, ਲੱਤਾਂ ਮਾਰੀ ਜਾਂਦੇ ਆ, ਤਾਂ ਉਹਨਾਂ ਨੂੰ ਤੁਸੀਂ ਅਣਗੌਲਿਆ ਕਰ ਦਿੱਤਾ, ਉਹ ਕੋਈ ਜਾਣ ਦੀ ਤੁਸੀਂ ਪਰਵਾਹ ਨਹੀਂ ਰੱਖੀ। ਦੂਸਰਾ, ਬਾਈਬਲ ਗੋਲੀ ਕੱਢ ਦੀ ਆਪਾਂ ਗੱਲ ਕਰਦੇ ਹਾਂ ਵੀ ਇਹ ਚਰਨਜੀਤ ਸ਼ਰਮੇ, ਸੋਹਿਲ ਬਰਾੜ, ਪੰਕਜ ਬਾਂਸਲ ਜਿਹੜੇ ਇੱਕ ਇਹਨਾਂ ਦੇ ਮਤਲਬ ਪ੍ਰਾਈਵੇਟ ਅਧਿਕਾਰੀ ਲਾ ਲਓ ਜਾਂ ਇਹਨਾਂ ਦੇ ਚਹੇਤੇ ਲਾ ਲਓ, ਉਹਨਾਂ ਦੇ ਗਡਾਊਨ ਦੇ ਵਿੱਚ ਖੜ ਕੇ ਖੁਦ ਜਿਪਸੀ ਤੇ ਗੋਲੀਆਂ ਮਾਰਦੇ ਆ, ਪ੍ਰਾਈਵੇਟ ਗਨ ਦੇ ਨਾਲ ਮਾਰਦੇ ਆ, ਸਬੂਤ ਕ੍ਰੀਏਟ ਕਰਦੇ ਆ। ਬੋਡੀ ਦੇ ਵਿੱਚੋਂ ਨਿਕਲੀਆਂ ਗੋਲੀਆਂ ਨੂੰ ਟੈਂਪਰਡ ਕੀਤਾ ਜਾਂਦਾ ਕਿ ਇਹਨਾਂ ਦੀ ਬੋਡੀ ਹੈ ਜਿਹੜੀ ਮੇਰੇ ਫਾਦਰ ਸਾਹਿਬ ਦੀ ਜਾਂ ਆਪਣੇ ਗੁਰਜੀਤ ਦੀ ਕੋਈ ਇਦਾਂ ਦੀ ਸੀਗੀ ਕਿ ਗੋਲੀ ਅੰਦਰ ਵੱਜਦੀ ਆ ਤੇ ਗੋਲੀ ਪਾੜ ਜਾਂਦੀ ਆ। ਸੋ ਗੋਲੀ ਅੰਦਰ ਸਹੀ ਜਾਂਦੀ ਆ, ਉਹਨੂੰ ਬਾਹਰ ਕੱਢ ਕੇ ਜਦੋਂ ਉਹਨੂੰ ਮਤਲਬ ਚੈੱਕ ਕਰਨ ਲਈ ਲੈ ਕੇ ਜਾਇਆ ਜਾਂਦਾ ਉਦੋਂ ਰਾਹ 'ਚ ਜਾਂਦੀਆਂ ਟੈਂਪਰਡ ਕੀਤੀਆਂ ਜਾਂਦੀਆਂ। ਇੱਦਾਂ ਦੀਆਂ ਹਰਕਤਾਂ ਇਹਨਾਂ ਨੇ ਪਹਿਲੇ ਦਿਨ ਤੋਂ ਕੀਤੀਆਂ। ਤਾਂ ਇਹਨਾਂ ਜਾਂ ਜੱਜ ਸਾਹਿਬ ਨੇ ਫੈਸਲਾ ਸੁਣਾਉਣ ਲੱਗਿਆ ਜਾਂ ਮਤਲਬ ਇਨਵੈਸਟੀਗੇਸ਼ਨ ਕਰਦੇ ਆ, ਇਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਦਾ ਖਿਆਲ ਨਹੀਂ ਆਇਆ ਵੀ ਉੱਥੇ 2 ਬੰਦਿਆਂ ਦੀ ਜਿਹੜੀ ਮੌਤ ਹੋਈ ਆ ਉਹ ਵੀ ਅਕਸਰ ਪੁਲਿਸ ਦੀ ਗੋਲੀ ਨਾਲ ਹੀ ਹੋਈ ਆ। ਉਹਨਾਂ ਦੇ ਬਚਾਅ ਪੱਖ ਲਈ ਇਹਨਾਂ ਨੇ ਆਪਦੇ ਸਬੂਤ ਬਣਾਏ ਆ, ਤੇ ਕੀ ਇਹ ਆਪਦੇ ਬੰਦੇ ਖੁਦ ਉੱਥੇ ਜ਼ਖਮੀ ਵੀ ਨਹੀਂ ਕਰ ਸਕਦੇ ਬਚਾਅ ਪੱਖ ਲਈ? ਜੋ CCTV ਆ ਆਪਾਂ ਦੇਖੋ, ਉੱਥੇ 40 ਤੋਂ 45 ਮਿੰਟ ਦੀ CCTV ਘੁੰਮ ਰਹੀ ਆ, ਉਹਦੇ ਵਿੱਚ ਕਿਸੇ ਨੇ ਤਾਂ ਦੇਖਿਆ ਹੈ ਨਹੀਂਗਾ ਵੀ ਕੋਈ ਮਤਲਬ ਆਵਾਮ ਉੱਥੇ ਬੈਠੀ ਆ, ਸੰਗਤ ਉੱਥੇ ਬੈਠੀ ਆ ਤੇ ਉਹ ਲੋਕ ਮਤਲਬ ਪੁਲਿਸ ਵਾਲ ਨੂੰ ਢਾਈ ਬੈਠੇ ਆ ਜਾਂ ਪੁਲਿਸ ਵਾਲ ਨੂੰ ਜਾਂ ਉਹਨਾਂ ਕੋਲੇ ਮਾਰੂ ਹਥਿਆਰਾਂ ਦੀ ਗੱਲ ਆਪਾਂ ਕਰਦੇ ਆ। ਤਾਂ ਉਹ ਪੰਥਪ੍ਰੀਤ ਨੇ ਪਹਿਲਾਂ ਹੀ ਮਤਲਬ ਬੋਲ ਦਿੱਤਾ ਸੀ ਤੜਕੇ ਵੀ ਆਪਾਂ ਇੱਥੇ ਕੋਈ ਹਿੰਸਕ ਨਹੀਂ ਕਰਨਾ। ਜਿਹੜੇ ਜਿਨ੍ਹਾਂ ਕੋਲੇ ਸ੍ਰੀ ਸਾਹਿਬ ਆ ਜਾਂ ਸੋਟੀ ਡਾਂਗ ਆ, ਉਹ ਤਾਂ ਇੱਕ ਸਾਈਡ ਤੇ ਇਹਨਾਂ ਨੇ ਈਵਨ ਕਿ ਪੁਲਿਸ ਵਾਲਿਆਂ ਦੀਆਂ ਗੱਡੀਆਂ 'ਚ ਹੀ ਰਖਾਤੇ ਸੀਗੇ, ਤੇ ਪੁਲਿਸ ਉੱਥੇ ਸ਼ਰੇਆਮ ਜਿਹੜੀ ਧੱਕਾ ਕਰਦੀ ਆ, ਅੱਗਾਂ ਸਾੜਦੀ ਆ। ਉੱਥੇ ਲੰਗਰ ਆ ਜਿਹੜਾ ਮਤਲਬ ਅੱਗਾਂ ਹੁੰਦੀਆਂ ਜਿਹੜੀਆਂ ਚੁਰਾ ਹੁੰਦੀਆਂ, ਉਹਨਾਂ ਨੂੰ ਮੁੱਦਾ ਸਿੱਧਾ ਚਾਹ ਡੋਲਦੀ ਆ, ਉਹਦੇ ਪ੍ਰਸ਼ਾਦੇ, ਉਹ ਸਾਰਾ ਕੁਝ ਜਿਹੜਾ ਸਾਹਮਣੇ ਆਪਾਂ CCTV ਦੇ ਵਿੱਚ ਚੰਗੀ ਤਰ੍ਹਾਂ ਦੇਖਿਆ। ਤੇ ਫਿਰ ਵੀ ਇੱਕ ਤਰਫੀ ਅੱਜ ਜਿਹੜੀ ਸਟੇਟਮੈਂਟ ਆਉਣੀ ਜਾਂ ਅਜੀਤ ਸਿੰਘ ਦੇ ਗੋਲੀਆਂ ਲੱਗਣੀਆਂ, ਬੂਟਾ ਸਿੰਘ ਰੋੜੀ ਕਪੂਰੇ ਤੋਂ ਮੁੰਡਾ, ਉਹਦੇ ਗੋਲੀਆਂ ਲੱਗਣੀਆਂ। ਸੋ ਉਹ ਕਈ ਉੱਥੇ ਬੰਦਿਆਂ ਦੇ ਮਤਲਬ ਡਾਂਗਾ ਚੱਲਣੀਆਂ, ਉਹਨਾਂ ਦੇ ਬਿਆਨਾਂ ਨੂੰ ਸਾਰਿਆਂ ਨੂੰ ਨਕਾਰਦੇ ਹੋਏ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਾਰੀ ਖਾਰਜ ਕਰ ਦੇਣੀ। ਤਾਂ ਇਹ ਪੱਖਪਾਤੀ ਜੱਜ ਸਾਹਿਬ ਨੇ ਵੀ ਕੀਤੀ ਹੈ। ਤੁਸੀਂ ਅੱਗੇ ਤੋਰ ਸਕਦੇ ਹੋ ਇਸਤਗਾਸਾ ਕਰਕੇ? ਮੈਂ ਵਕੀਲਾਂ ਦੇ ਪੈਨਲ 'ਚ ਗੱਲ ਕਰਦਾ, ਕੋਸ਼ਿਸ਼ ਕਰਾਂਗੇ ਜੇ ਕੋਈ ਛੇਤੀ ਚੰਗੇ ਪੱਖ ਮਤਲਬ ਸਾਹਮਣੇ ਆਉਣਗੇ ਤਾਂ ਇਹਦਾ ਹੱਲ ਛੇਤੀ ਹੋਊਗਾ ਤਾਂ ਜ਼ਰੂਰ ਕੱਢਣ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਇਸੇ ਤਰ੍ਹਾਂ ਜੇ ਅੱਜ ਸਰਕਾਰ ਦਾ ਪੱਖ ਆ, ਸਰਕਾਰ ਇਹ 'ਚ ਨਹੀਂ ਅੱਗੇ ਜਾ ਰਹੀ, ਤਾਂ ਇੱਥੋਂ ਇਹ ਸਮਝਿਆ ਜਾ ਸਕਦਾ ਵੀ ਜਿੰਨੀ ਬਾਦਲ ਸਰਕਾਰ ਨੇ ਉਸ ਟਾਈਮ ਕੀਤਾ, ਉਦੋਂ ਜ਼ਿਆਦਾ ਭਾਈਵਾਲਤਾ ਅੱਜ ਕੈਪਟਨ 'ਚ ਉਹਨਾਂ ਦੀ ਨਿਭਾ ਰਿਹਾ ਉਹਨਾਂ ਨੂੰ ਬਚਾਉਣ ਦੇ ਲਈ। ਕਿਉਂਕਿ ਪਹਿਲਾਂ ਬਿਆਨ ਆਉਣਾ, ਸੁਪਰੀਮ ਕੋਰਟ ਜਾਣਾ, ਫਿਰ ਬਿਆਨ ਆਉਣਾ, ਜੱਜਮੈਂਟ ਆਉਣ ਤੋਂ ਬਾਅਦ ਅੱਗੇ ਫੈਸਲਾ ਲੈਣਾ। ਹੁਣ ਜੱਜਮੈਂਟ ਆਉਣ ਤੋਂ ਬਾਅਦ ਉਹਨਾਂ ਦਾ ਚੁੱਪ ਰਹਿਣਾ ਇਹ ਦਰਸਾ ਰਿਹਾ ਵੀ ਇਹ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਜਿਹੜਾ ਜ਼ਿਆਦਾ ਇੰਟਰਸਟਡ ਆ।
ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੇ ਇਸ਼ਟ ਦੇ ਗੁਰੂ ਦੀ, ਸਿੱਖਾਂ ਦੇ ਦੀ ਇਸ਼ਟ ਦੀ ਬੇਅਦਬੀ ਹੋਈ ਆ, ਉਹਦੇ ਨਾਲ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਆ। ਇਹ ਆਪਣੀ ਰਾਜਨੀਤਿਕ ਰੋਟੀਆਂ ਸੇਕਦੇ ਆ, ਉਹ ਚਾਹੇ ਕੋਈ ਵੀ ਪੋਲੀਟੀਸ਼ੀਅਨ ਆ। ਜਿਹੜੇ ਰਿਪੋਰਟ ਜਨਤਕ ਦੀਆਂ ਗੱਲਾਂ ਕਰਦੇ ਆ, ਰਿਪੋਰਟ ਜਨਤਕ ਕਰੋ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ 9 ਚਲਾਨ ਆ ਜਿਹੜੇ ਉਹ ਇੱਕ ਰਿਪੋਰਟ ਆ, ਬਿਲਕੁਲ ਉਹਦਾ ਇੱਕ ਨਿੱਕਾ ਜਿਹਾ ਪਾਰਟ ਆ, ਲਾਸਟ ਪਾਰਟ ਆ। ਜੇ ਆਪਾਂ ਕਹਦੇ ਰਿਜ਼ਲਟ ਉਹ ਰਹਿੰਦਾ, ਉਹ 10ਵਾਂ ਆਉਣਾ ਸੀ, ਉਦੋਂ ਪਹਿਲਾਂ ਇਹਨਾਂ ਨੇ ਖਾਰਜ ਕਰਵਾਤੀ। ਇੱਕ ਲਾਸਟ ਜਿਹੜੇ ਇਹਦੇ ਵਿੱਚ ਇੱਕ ਬਹੁਤ ਚੱਲ ਰਿਹਾ, ਅਜੀਤ ਸਿੰਘ ਜੀ ਦੇ ਗੋਲੀ ਲੱਗੀ, ਜ਼ਖਮੀ ਹੋਇਆ ਸੀ। ਉਹਦੇ ਔਰ ਕਿਹਾ ਜਾਂਦਾ ਕਿ ਉਹਨੂੰ ਆਫਰ ਕੀਤੀ, ਹਾਲਾਂਕਿ ਉਹ ਕਹਿੰਦਾ ਕਿ ਮੈਂ ਅਪਲਾਈ ਕੀਤਾ, ਕਿਉਂਕਿ ਐਡੀ ਲੜਾਈ ਲੜਨੀ ਕੋਈ ਐਡਾ ਸੌਖਾ ਨਹੀਂ ਹੁੰਦਾ। ਤੁਸੀਂ ਅਡੋਲ ਅੱਜ ਵੀ ਉਹ ਲੜਾਈ ਲੜ ਰਹੇ ਹੋ। ਇੱਦਾਂ ਦੀਆਂ ਕੋਈ ਆਫਰਸ ਅਫਸਰਾਂ ਦੇ ਵੱਲੋਂ, ਕਿਤੇ ਪੋਲੀਟੀਸ਼ੀਅਨਾਂ ਦੇ ਵੱਲੋਂ ਤੁਹਾਨੂੰ ਵੀ ਕਦੀ ਹੋਈਆਂ, ਤੁਹਾਡੇ ਪਰਿਵਾਰ ਨੂੰ? ਨਹੀਂ, ਦੇਖੋ ਜੀ, ਜੇ ਇਹ ਲੜਾਈ ਆ ਆਪਣੀ ਮਤਲਬ 5 ਸਾਲ ਤੋਂ, ਜਿਵੇਂ ਜਨਵਰੀ 2016 ਤੋਂ ਚੱਲ ਰਹੀ ਆ, ਤਾਂ ਅੱਜ ਤੱਕ ਮੈਂ ਉਹ 'ਚ ਬਰਕਰਾਰ ਹਾਂ। ਜੇ ਆਪਾਂ ਆਫਰਾਂ ਦੀ ਗੱਲ ਕਰਦੇ ਹਾਂ ਤਾਂ ਮੇਰਾ ਰਾਹ ਇੰਨਾ ਕੁ ਪੱਧਰਾ ਰੱਖਿਆ ਗਿਆ ਮੈਂ ਬਈ ਮੈਂ ਇਹਨਾਂ ਦੇ ਨਾਲ ਟੱਚ 'ਚ ਵੀ ਨਹੀਂ ਰਹਿੰਦਾ। ਮਤਲਬ ਮੇਰਾ ਕਦੇ ਇਹਨਾਂ ਨਾਲ ਫਤਿਹ ਦੀ ਸਾਂਝ ਵੀ ਨਹੀਂ ਹੋਈ, ਨਾ ਹੀ ਮੈਂ ਰੱਖਣੀ ਚਾਹੁੰਦਾ ਸੀਗਾ। ਦੂਸਰੀ ਗੱਲ ਆ ਵੀ ਹਾਂ, ਮੈਨੂੰ ਮੈਂਟਲੀ ਟੌਰਚਰ ਜਿਹੜਾ ਉਹ ਕੀਤਾ ਗਿਆ ਵੀ ਜਦੋਂ ਮੇਰਾ ਤਰੀਕ ਹੋਣਾ, ਮੇਰਾ ਕੇਸ ਹੋਣਾ, ਮੇਰੇ ਕੇਸ ਦੇ ਵਿੱਚ ਚਰਨਜੀਤ ਸ਼ਰਮੇ ਦੀ ਗ੍ਰਿਫਤਾਰੀ ਹੁੰਦੀ ਆ, ਮੈਨੂੰ ਉੱਥੇ ਅਦਾਲਤ ਦੇ ਵਿੱਚ ਮੇਰੇ ਵਕੀਲ ਦੇ ਨਾਲ ਹੀ ਨਹੀਂ ਅੰਦਰ ਜਾਣ ਦਿੱਤਾ ਜਾਂਦਾ ਸੀ। ਸੋ ਇੰਨਾ ਕੁ ਮੈਨੂੰ ਉੱਥੇ ਮਾਨਸਿਕਤਾ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਲਾਵਾਰਸ ਦੀ ਤਰ੍ਹਾਂ ਉੱਥੇ ਜਿਹੜਾ ਕੇਸ ਚੱਲਦਾ, ਮੇਰੇ ਬਾਪੂ ਦਾ ਕਤਲ ਹੋਇਆ ਹੋਵੇ, ਮੈਂ ਉੱਥੇ ਅੰਦਰ ਜਾਣਾ ਹੋਵੇ, ਸੁਣਨਾ ਹੋਵੇ, ਤਾਂ ਉਹਦੇ ਲਈ ਵੀ ਸਿਕਿਉਰਿਟੀ ਉੱਥੇ ਇੰਨੀ ਕੁ ਟਾਈਟ ਕੀਤੀ ਜਾਂਦੀ ਸੀ ਵੀ ਮੈਨੂੰ ਉਹਦੇ ਵਿੱਚ ਅੰਦਰ ਨਹੀਂ ਜਾਣਾ ਮਿਲਦਾ ਸੀਗਾ। ਵੀ ਮੈਨੂੰ ਇਹ ਕਿਹਾ ਜਾਂਦਾ ਤੁਸੀਂ ਬਾਹਰ ਖੜੋ, ਤੁਹਾਡਾ ਵਕੀਲ ਅੰਦਰ ਜਾਊਗਾ ਤੇ ਤੁਸੀਂ ਅੰਦਰ ਨਹੀਂ ਜਾ ਸਕਦੇ। ਸੋ ਉੱਥੋਂ ਵੀ ਮਨ 'ਚ ਜਾਂਦਾ ਸੀ ਯਾਰ ਮੈਂ ਕਿਹਦੇ ਲਈ ਲੜਾਂ, ਕੀ ਲੜਾਂ, ਜਦੋਂ ਮੈਨੂੰ ਅੰਦਰ ਜਾ ਕੇ ਨਹੀਂ ਪਤਾ ਲੱਗ ਰਿਹਾ ਵੀ ਮੈਂ ਕੀ ਸੁਣਨਾ। ਵਕੀਲ ਨਾਲ ਮੈਂ ਇੰਨਾ ਕੁ ਤਾਂ ਰਾਈਟ ਹੈਗਾ ਮੇਰਾ, ਮੈਂ ਜਾ ਸਕਦਾ। ਉਹ ਫਿਰ ਥੋੜ੍ਹੇ ਟਾਈਮ ਬਾਅਦ ਜਦੋਂ IG ਕੰਵਰ ਵਿਜੇ ਪ੍ਰਤਾਪ ਹੋਣੀ ਉੱਥੇ 2017 ਦੇ ਵਿੱਚ ਆਉਂਦੇ ਆ, ਉਦੋਂ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਮੈਂ ਕਿਤੇ ਕੋਰਟਾਂ 'ਚ ਜਾਣ ਲੱਗਿਆ। ਫਿਰ ਜਾ ਕੇ ਚੰਡੀਗੜ੍ਹ ਵੀ ਆਉਣਾ ਸ਼ੁਰੂ ਹੋਇਆ। ਨਹੀਂ, ਮੈਨੂੰ ਹਮੇਸ਼ਾ ਕੋਰਟਾਂ ਤੋਂ ਬਾਹਰ ਹੀ ਰੱਖਿਆ ਜਾਂਦਾ ਸੀ। ਸੋ ਇੱਕ ਜੇ ਆਪਾਂ ਕਹਿ ਦਈਏ ਵੀ ਤੋੜਨ ਦੀ ਕੋਸ਼ਿਸ਼ ਇਹ ਕੀਤੀ ਗਈ ਸੀ ਵੀ ਮੈਂ ਖੁਦ ਹੀ ਛੱਡ ਕੇ ਭੱਜ ਜਾ, ਬਈ ਮੇਰੇ ਸਰਕਾਰ ਖੜਨ ਦੇ ਨਾਲ ਕੋਈ ਫਰਕ ਨਹੀਂ ਪਿਆ। ਜੇ ਦੇਖੋ ਆਪਾਂ ਸਰਕਾਰ ਖੜੀ ਆ, ਦੂਜੇ ਪਾਸੇ ਸਰਕਾਰ ਕਹਿੰਦੀ ਹੈ ਵੀ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਆ, ਤਾਂ ਜੇ ਸਰਕਾਰ ਆਪਣਾ ਸਟਰੋਂਗਲੀ ਪੱਖ ਨਿਭਾਉਂਦੀ, ਅਤੁਲ ਨੰਦੇ ਵਰਗਿਆਂ ਤੇ ਪਹਿਲਾਂ ਕਰਪਸ਼ਨ ਦੇ ਚਾਰਜਸ ਲੱਗੇ ਹੋਏ ਆ, ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਬਹੁਤ ਉਹਨਾਂ ਤੇ ਤਕੜੇ ਜਿਹੜੇ ਇਲਜ਼ਾਮ ਲਾਏ ਹੋਏ ਸੀ, ਤਾਂ ਫਿਰ ਵੀ ਉਹ ਪੰਜਾਬ ਦੇ ਜਨਰਲ AG ਵੱਲੋਂ ਮਤਲਬ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਸੋ ਉੱਥੇ ਮੇਰੇ ਆਪ ਦੇ ਵਕੀਲ ਦਾ ਖੜਨਾ ਜ਼ਿਆਦਾ ਮਾਇਨੇ ਰੱਖਦਾ ਸੀ। ਇਸੇ ਤਰ੍ਹਾਂ ਹੀ ਜੇ ਸਰਕਾਰ ਆਪਣਾ ਚੰਗਾ ਪੱਖ ਨਿਭਾਉਂਦੀ ਹੁੰਦੀ ਤਾਂ ਅੱਜ ਆ ਫੈਸਲੇ ਨਹੀਂ ਆਉਣੇ ਸੀ। ਬਹੁਤ ਧੰਨਵਾਦ ਸੁਖਪਾਲ ਸਿੰਘ, ਤੁਸੀਂ ਬੜੇ ਵਿਸਥਾਰ ਦੇ ਵਿੱਚ ਔਰ ਬੜੇ ਹੌਸਲੇ ਦੇ ਵਿੱਚ ਜਿਹੜੀ ਇਹ ਲੜਾਈ ਲੜ ਰਹੇ ਹੋ। ਤੁਸੀਂ ਇਹਦੇ ਵਿੱਚ ਇੱਕ ਬੜੀ ਭਾਵਨਾਤਮਕ ਜਿਹੜੀ ਗੱਲ ਕਹੀ ਕਿ ਬਾਪੂ ਦਾ ਜਿਹੜਾ ਕਤਲ ਹੋਇਆ ਹੋਵੇ, ਇਹਦਾ ਇੱਕ ਬਿਲਕੁਲ ਦੂਸਰਾ ਪੱਖ ਇਹ ਵੀ ਹੈ ਕਿ ਇੱਕ ਉਹ ਜਿਹੜਾ ਸਭ ਦਾ ਬਾਪੂ ਆ, ਉਹਦਾ ਇੱਕ ਕਿਸਮ ਦੇ ਨਾਲ ਕਤਲ ਹੋਇਆ, ਕਿਉਂਕਿ ਜਿਹੜੇ ਅੰਗ ਸੀਗੇ ਉਹ ਆਪਾਂ ਅੰਗ ਕਹਿੰਦੇ ਆ ਜਿਹੜੇ ਪੱਤਰੇ ਨੇ ਉਹਨਾਂ ਨੂੰ, ਕਿਉਂਕਿ ਉਹ ਜਿਉਂਦਾ ਜਾਗਦਾ ਹੈ। ਇਹ ਸੁਪਰੀਮ ਕੋਰਟ ਦੇ ਹੁਕਮ ਹੈ, ਸਾਨੂੰ ਜੀਵਤ ਗੁਰੂ ਦਾ ਦਰਜਾ ਮਿਲਿਆ ਹੋਇਆ। ਤੇ ਜੇ ਆਪਾਂ ਇਹਨਾਂ ਪੋਲੀਟੀਸ਼ੀਅਨਾਂ ਦੀ ਵੀ ਗੱਲ ਕਰਦੇ ਆ ਜਿਹੜੇ ਅੱਜ ਤੇ ਰਾਜਨੀਤਿਕ ਰੋਟੀਆਂ ਸੇਕਦੇ ਆ, ਤਾਂ ਉਹ ਵੀ ਕਿਤੇ ਨਾ ਕਿਤੇ ਵੀ ਆਪਣੀ ਜਿੱਤ ਤੋਂ ਬਾਅਦ ਜਿਹੜਾ ਸ਼ੁਕਰਾਨਾ ਕਰਨ ਇਹਦੇ ਮੂਹਰੇ ਸਿਰ ਝੁਕਾਉਂਦੇ ਆ ਜਾਂਦੇ ਆ, ਤਾਂ ਇਹਨਾਂ ਨੂੰ ਪਹਿਲ ਆਪਣੀ ਕੁਰਸੀ ਨਾਲੋਂ ਉਸ ਗੁਰੂ ਦੀ ਗੱਦੀ ਦੀ ਜਿਹੜੀ ਪਹਿਲ ਹੋਣੀ ਚਾਹੀਦੀ ਸੀ। ਆਪਣੀਆਂ ਕੁਰਸੀਆਂ ਪਾਸੇ ਰੱਖ ਕੇ ਜਿਹੜਾ ਮਤਲਬ ਉਹਦਾ ਇਨਸਾਫ ਲੈਣਾ ਚਾਹੀਦਾ ਸੀ। ਵੋਟਾਂ ਨੂੰ ਥੋੜਾ ਡਿਲੇ ਵੀ ਕੀਤਾ ਜਾ ਸਕਦਾ ਸੀ, ਕਿਉਂਕਿ ਥੋੜੇ ਟਾਈਮ ਬਾਅਦ ਫਿਰ ਆਪਾਂ ਲੋਕ ਇਕੱਠੇ ਕਰਕੇ ਵੋਟਾਂ ਪਾ ਸਕਦੇ ਆ। ਪਰ ਉਸ ਗੁਰੂ ਦੇ ਲਈ ਹੈ ਜਿਹੜਾ ਉਹ ਸਾਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ, ਚਾਹੇ ਮਤਲਬ ਕੋਈ ਵੀ ਆ, ਉਹਨਾਂ ਨੂੰ ਇਕੱਠੇ ਹੋ ਕੇ ਇਹਦਾ ਇਨਸਾਫ ਲੈਣਾ ਚਾਹੀਦਾ ਸੀ। ਜਿਹੜਾ ਵੀ ਇਹਦੇ 'ਚ ਦੋਸ਼ੀ ਸੀਗਾ ਉਹਨੂੰ ਸਖਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਸੀ। ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ। ਸੁਖਪਾਲ ਸਿੰਘ ਹੋਰੀ, ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਸ਼ਹੀਦ ਹੋਏ ਸਨ ਪੁਲਿਸ ਦੀ ਗੋਲੀ ਦੇ ਨਾਲ, ਉਹਨਾਂ ਦੇ ਬੇਟੇ ਨੇ ਨਿਰੰਤਰ ਲੜ ਰਹੇ ਨੇ। ਆਪਾਂ ਕਈ ਵਾਰੀ ਗੱਲ ਕਰ ਲੈਂਦੇ ਆ, ਉਹ ਹੋ ਗਿਆ, ਆ ਹੋ ਗਿਆ। ਇਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤ ਰਹੀ ਹੋਊਗੀ ਇਸ ਸਭ ਕਾਸੇ ਉੱਤੇ? ਸ਼ਾਇਦ ਜੇ ਦਰਦ ਮਹਿਸੂਸ ਕਰਨਾ ਹੋਵੇ ਤਾਂ ਉੱਥੋਂ ਕੀਤਾ ਜਾ ਸਕਦਾ ਹੈ, ਕਿ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਕਿਉਂਕਿ ਉੱਥੇ ਇੱਕ ਇਸ ਤਰ੍ਹਾਂ ਦੀ ਗੱਲ ਜਿਹੜੀ ਵਾਪਰੀ, ਜਿਹੜੀ ਉਹ ਦੱਸ ਰਹੇ ਸੀ ਬਿਨਾਂ ਕੈਮਰੇ ਤੋਂ ਵੀ, ਇੱਕ ਪਾਸੇ ਇੱਕ ਪੁੱਤ ਬਾਪੂ ਨੂੰ ਚੁੱਕ ਰਿਹਾ, ਦੂਜੇ ਪਾਸੇ ਬਾਪੂ ਪੁੱਤ ਨੂੰ ਜਿਹੜਾ ਚੁੱਕ ਰਿਹਾ। ਗੁਰਜੀਤ ਸਿੰਘ ਹੋਰਾਂ ਦਾ ਜਿਹੜੀ ਸ਼ਹੀਦੀ ਹੋਈ ਸੀ, ਉਹਨਾਂ ਦੇ ਪਿਤਾ ਉਹਨੂੰ ਜਿਹੜਾ ਉਹ ਲਿਜਾ ਰਹੇ ਆ। ਪਰ ਇੱਕ ਓਵਰਆਲ ਜਿਹੜੀ ਹੈ ਉਹ ਇਹ ਆ ਕਿ ਬਾਪੂ ਜਿਹਨੂੰ ਕਿਹਾ ਜਾਂਦਾ, ਕਿਉਂਕਿ ਸਭ ਕੁਝ ਸਾਡਾ ਜੀਣਾ ਮਰਨ ਉਹਦੇ ਨਾਲ ਹੈ। ਨਾਮਕਰਨ ਤੋਂ ਲੈ ਕੇ ਤਲਾਣੀਆਂ ਦਾ ਪਾਠ ਕਰਨ ਤੱਕ ਜਿਹੜਾ ਉਹ ਉਹਦੇ ਵਿੱਚ ਸਾਰਾ ਸੀਮਤ ਹੈ। ਉਹਦੀ ਜਦੋਂ ਬੇਅਦਬੀ ਹੁੰਦੀ ਹੈ ਤੇ ਫਿਰ ਉਹ ਇਨਸਾਫ ਕਿਸੇ ਪਾਸੇ ਨਹੀਂ ਲੱਗਦਾ, ਤੇ ਉਦੋਂ ਸਵਾਲ ਜਿਹੜੇ ਆ ਉਹ ਜ਼ਰੂਰ ਖੜੇ ਹੁੰਦੇ ਆ। ਧੰਨਵਾਦ, ਸਤਿ ਸ਼੍ਰੀ ਅਕਾਲ।